विकास मिशन वेयरहाउस पैकर ਦੇ ਕੋਰਸ ਵਿੱਚ ਮੇਰਾ काम ਮੇਰਾ ਮਾਨ ਸਕੀਮ ਦੁਆਰਾ ਦਾਖਲਾ ਲਿਆ ਹੈ। ਇਸ ਸਕੀਮ ਅਧੀਨ ਮੈਨੂੰ 1 ਸਾਲ ਲਈ 2500 ਰੁਪਇਆ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਤੇ ਮੈਨੂੰ ਇਸ ਕੋਰਸ ਦੇ ਵਿੱਚ ਮੁਫਤ ਕਿਤਾਬਾਂ ਵਰਦੀ ਅਤੇ ਹੋਸਟਲ ਦੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਇਸ ਕੋਰਸ ਦੇ ਦੌਰਾਨ ਹੀ ਮੈਨੂੰ ਨੌਕਰੀ ਤੇ ਵੀ ਲਗਵਾਇਆ ਜਾਵੇਗਾ। ਮੈਨੂੰ ਦਾਖਲਾ ਲੈ ਕੇ ਬਹੁਤ ਹੀ ਖੁਸ਼ੀ ਮਿਲੀ ਹੈ। ਉਸਾਰੀ ਕਿਸ਼ਤੀ ਮਜ਼ਦੂਰਾਂ ਦੇ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ 2500 ਰੁਪਇਆ ਵਿੱਤੀ ਸਹਾਇਤਾ ਦੇਣ ਲਈ ਮੈਂ ਮੁੱਖ ਮੰਤਰੀ ਜੀ ਦਾ ਬਹੁਤ ਧੰਨਵਾਦੀ ਹਾਂ। ਥੈਂਕ ਯੂ ਮਹਿਕਦੀਪ। ਹੁਣ ਮੈਂ ਮਾਝੇ ਦੀ ਧਰਤੀ ਤੋਂ ਜ਼ਿਲ੍ਹਾ ਤਰਨਤਾਰਨ ਵਿੱਚ ਮੁਫਤ ਆਨਲਾਈਨ ਕੋਚਿੰਗ ਫॉर ਗਵਰਨਮੈਂਟ ਰਿਕਰੂਟਮੈਂਟ ਐਗਜ਼ਾਮਸ ਵਿੱਚ ਰਜਿਸਟਰ ਹੋਈ ਸਿਖਿਆਰਥੀ ਕੋਮਲਪ੍ਰੀਤ ਕੌਰ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੰਦਾ ਹਾਂ। सत श्री अकाल जी, मैं कोमलप्रीत कौर पिंड कोहाड़का जिला तरनताਰਨ ਦੀ ਰਹਿਣ ਵਾਲੀ ਹਾਂ। ਮੈਂ +2 ਪਾਸ ਹਾਂ ਅਤੇ ਹੁਣ ਸਰਕਾਰੀ ਨੌਕਰੀ ਦੀ ਚਾਹਵਾਨ ਹਾਂ, ਪਰ ਬਾਰਡਰ ਏਰੀਆ ਵਿੱਚ ਰਹਿਣ ਕਰਕੇ ਸਾਨੂੰ ਸਰਕਾਰੀ ਨੌਕਰੀ ਦੇ ਇਮਤਿਹਾਨਾਂ ਦੀ ਤਿਆਰੀ ਲਈ ਕੁਝ ਖਾਸ ਸਹੂਲਤਾਂ ਮੁਹੱਈਆ ਨਹੀਂ ਹਨ। ਟ੍ਰੇਨਿੰਗ ਲਈ ਸਾਨੂੰ ਅੰਮ੍ਰਿਤਸਰ ਜਾਂ ਚੰਡੀਗੜ੍ਹ ਜਾਣਾ ਪੈਂਦਾ ਸੀ। ਮੈਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨਤਾਰਨ ਤੋਂ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਵਾਸਤੇ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਦੀ ਤਿਆਰੀ ਲਈ ਮੁਫਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਇਸ ਮੁਹਿੰਮ ਦਾ ਲਾਭ ਉਠਾ ਕੇ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਘਰ ਬੈਠੇ ਹੀ ਪੰਜਾਬ, ਦੂਜੇ ਰਾਜਾਂ ਅਤੇ ਕੇਂਦਰੀ ਪੱਧਰ ਤੇ ਹੋਣ ਵਾਲੇ ਇਮਤਿਹਾਨਾਂ ਦੀ ਤਿਆਰੀ ਕਰ ਸਕਣਗੇ। ਪੰਜਾਬ ਸਰਕਾਰ ਦੇ ਇਸ ਪ੍ਰੋਜੈਕਟ ਤਹਿਤ ਸਟੱਡੀ ਮਟੀਰੀਅਲ ਵੀ ਮੁਫਤ ਵਿੱਚ ਮੁਹੱਈਆ ਕਰਵਾਇਆ ਗਿਆ ਹੈ। ਬਹੁਤ ਸਾਰੇ ਬੱਚੇ ਨੇ ਪੰਜਾਬੀ ਨੌਜਵਾਨ ਜਿਹੜੇ ਕਿ ਪ੍ਰਾਈਵੇਟ ਸੰਸਥਾਵਾਂ ਦੀ ਫੀਸ ਨਾ ਦੇ ਸਕਣ ਕਾਰਨ ਸਰਕਾਰੀ ਇਮਤਿਹਾਨਾਂ ਦੀ ਤਿਆਰੀ ਨਹੀਂ ਕਰ ਪਾਉਂਦੇ, ਜਿਸ ਕਰਕੇ ਉਹ ਸਰਕਾਰੀ ਨੌਕਰੀ ਹਾਸਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਅਸੀਂ ਪਿਛੜੇ ਗਰੀਬ ਪਿੰਡਾਂ ਵਿੱਚ ਰਹਿਣ ਵਾਲੇ ਖਾਸ ਕਰਕੇ ਕੁੜੀਆਂ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀਆਂ ਬਹੁਤ-ਬਹੁਤ ਧੰਨਵਾਦੀ ਹਾਂ ਤਾਂ ਜੋ ਆਪਨੇ ਸਾਡੇ ਲਈ ਇਹ ਮੁਫਤ ਆਨਲਾਈਨ ਕੋਚਿੰਗ ਪ੍ਰੋਜੈਕਟ ਸ਼ੁਰੂ ਕਰਵਾਇਆ। ਹੁਣ ਸਾਨੂੰ ਵੀ ਬਰਾਬਰੀ ਦਾ ਮੌਕਾ ਮਿਲੇਗਾ, ਅਸੀਂ ਵੀ ਕੰਪੀਟੀਸ਼ਨ ਲੜ ਕੇ ਅੱਗੇ ਆ ਸਕਦੇ ਹਾਂ, ਆਪਣਾ ਅਤੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰ ਸਕਦੇ ਹਾਂ। ਧੰਨਵਾਦ। Thank you, Komalpreet. Sir, I would now like to request you to kindly digitally launch the scheme free online coaching for government recruitment exams. Thank you, sir. Further, I would now request you to digitally launch the scheme Mera Kaam Mera Maan. Thank you, sir. Moving on, I would request you to digitally lay the foundation stone of the permanent camp at CPIT permanent camp of CPIT at Asal Uttar district Tarantaran. Lastly, sir, I request you to digitally inaugurate the 7th Mega Rozgar Mela, which starts from today. Thank you, sir. I now request the Honorable Chief Minister Punjab, Captain Amarinder Singh Ji, to address the gathering. साडे मिनिस्टर साहब चरणजीत चन्नी जी, साडे MLA
इस इलाके दे सुखपाल खैरा जी, सुखपाल भुल्लर जी, चीफ सैकटरी साहिबा विनी महाजन जी, मेजर जनरल IP सिंह जी, MLA साहिबान, अफसर साहिबान, नौजवान जो इस समागम का हिस्सा बने हुए हो, और असल उतार दे मेरे वीरों ते भैनों। पहला तो मैं चन्नी जी का धन्नवादी करदा जिन्हों ने पूरा जोर पहले दिन तो जदों असी मैगा रोज़गार मेले लाए हैं उहदे तो पूरा जोर लाया इस काम च, और ये साडा अज जिहड़ा असी अज मना रहे हैं दिन, ये सब मेरे वालों उत्थे वो ने और बलबीर सिद्धू जी ने, और नाले जनरल सांगा साहब जो ये अब्दुल हमीद दी रेजिमेंट के कर्नल ने, वो भी उत्थे आए ने ताकि थोड़े सारिਆਂ ਨੂੰ ਉੱਥੇ फतेह बुला सकन और दस सकन कि की बहादरी नाल वो पलटन लड़ी सी। ਜਦੋਂ ਅਸੀਂ ਆਪੋਜੀਸ਼ਨ ਵਿੱਚ ਸੇ ਇਲੈਕਸ਼ਨ ਗਵਰਨਮੈਂਟ ਚੋਣ ਤੋਂ ਪਹਿਲਾਂ ਸਾਡਾ ਇੱਕੋ ਹੀ ਹੁੰਦਾ ਸੀ ਮੁੱਦਾ, ਇੱਕ ਤਾਂ ਕਰਜ਼ਾ ਮਾਫੀ। ਤੁਹਾਨੂੰ ਪਤਾ ਹੀ ਹੈ ਅਸੀਂ ਕਰਦੇ ਸੀ ਕਿ ਜਿੰਨਾ ਅਸੀਂ ਕਰ ਸਕਦੇ ਹਾਂ ਅਸੀਂ ਆਪਣਾ ਕਰਜ਼ਾ ਮਾਫ ਕਰਾਂਗੇ ਕਿਸਾਨਾਂ ਵਾਸਤੇ, ਔਰ ਨਾਲ ਦੇ ਨਾਲ ਕਿ ਜਿਹੜੇ ਸਾਡੀ ਨੌਕਰੀਆਂ ਨੇ, ਬੱਚਿਆਂ ਨੂੰ ਨੌਕਰੀਆਂ ਨਹੀਂ ਥਿਆਉਂਦੀਆਂ ਸੀ, ਉਹਦਾ ਕੋਈ ਪ੍ਰਬੰਧ ਸਾਨੂੰ ਕਰਨਾ ਪਊ। ਇਹਦਾ ਤਰੀਕਾ ਇੱਕੋ ਹੀ ਹੈ ਕਿ ਅਸੀਂ ਟ੍ਰੇਨਿੰਗ ਉਹਨਾਂ ਨੂੰ ਦਈਏ ਵੱਖ-ਵੱਖ ਥਾਂ ਦੇ ਵਿੱਚ। कोई इंडस्ट्री जाना चाहता है, कोई फौज में जाना चाहता है, कोई किते जाना चाहता है, कोई किते जाना चाहता है, वो सानू ज़रूरी सी। और नाले इंडस्ट्री लियानी ज़रूरी सी, क्योंकि सारिया जिहड़ियां ख्वाहिशां ने साडियां हुंदियां ने कि आपां सरकारी नौकरियां जाइए, पर सरकारी नौकरियां इन्ना नहीं, पंजाब छोटा जिहा और जिन्नी साडे रिटायर होंदे ने हर साल ਉਹਦੀ जगह ही भर सकते हैं। इसलिए सानू इंडस्ट्री लियाउण दी बहुत लोड़ सी। और मैनू खुशी है कहते हुए कि पहली बार है कि जिन्नी इन्वेस्टमेंट पंजाब दे विच आई है, 91,000 करोड़ रुपया साढ़े धरती के उपर लग चुकिया। ये नहीं कि आप MOU किए ने कि लोगों नाल समझौते किए ने, ये है जो पैसा आ गया और लग रहा, बिल्डिंगां बन रही, फैक्ट्रियां बन रही ने, और तुसी उस देख लेना कि किन्ने लखां बच्चे उहदे विच नौकर साडे लग सकणगे। सो ये जिहड़ा अज असीं ट्रेनिंग का प्रोग्राम शुरू किया है, कोई बंदा कितने नहीं लग सकता। दुनिया बड़ी तेज़ी नाल अगे बढ़ रही है, और जिन्नी अगे बढ़ रही है इन्नी टैक्नोलॉजी की लोड़ पैंदी है उस इंडस्ट्री दे विच। एक ज़माना सी कि कुछ भी नहीं उवें जाके नौकर लग सकता सी, हुण स्पेस टैक्नोलॉजी है, साइंटिफिक टैक्नोलॉजीज कई किस्म दियां ने, तो ट्रेनिंग की बहुत ज़रूरी सी। और असी जिहड़ा हुण ट्रेनिंग वास्ते एक कीता होया है कि जिथे जिथे भी थोड़ी ख्वाहिश है, जिथे तुसीं जाना है, उहदे वास्ते असी ऑनलाइन ट्रेनिंग थोड़ी असी करना चाहुंदे हां। मैं ऑल्सो इस मौके ते एक दसना चाहुंदा कि सरदार बहादुर अमीन चंद अंबिका सोनी जी जो साडे बड़े सीनियर साडे साथी ने, उन्होंने अपना पूरा प्रॉपर्टी जिहड़ी सारा घर सीगा उत्थे हुशियारपुर दे विच उन्होंने एक ट्रेनिंग सेंटर वास्ते देर आर्म फोर्स ट्रेनिंग इंस्टीट्यूट बनाने वास्ते दे दिता है, और वो चालू हो गया। हुण इस वेले तकरीबन 26.96 करोड़ रुपया उहदे च लगेगा ठीक करन नूं। लेकिन जिहड़े उत्थों बच्चे जाणगे फिर वो NDA IMA पैरामिलिट्री फोर्सिस जिथे भी वो जाना चाहन उत्थे जा सकणगे। साडी इस वेले जो औसतन है वो हैरानी होएगी कईयां नूं सुन के, क्योंकि कई जिहड़े नहीं चाहुंदे कि साडी सरकार इस काम च अगे बढ़े, वो ऑपोजिशन आम तौर ही करदी है। लेकिन अगर तुसीं देखो कि किन्नियां नौकरियां असीं एक दिन च दिंदे आ, 1200 नौकरियां डेली दी साडी औसतन है, और 1200 भी कुछ नहीं, इसनूं अगे बढ़ाउणा है। और चन्नी जी कर रहे हैं सब इहदे च हिम्मत, और मैनूं पूरा भरोसा है जिस तरीके नाल लगे हुए ने ये जरूर आपां इहनूं सिरे चढ़ा सकांगे। फिर साढ़े जिथे गलत रस्ते से साढ़े बच्चे चले हुए से वो ओट सेंटर असीं लाए ने ताकि नशियां तो उन्होंने दूर करिए। और करने तो बाद फिर उन्होंने अगे ट्रेनिंग कुछ दी, और 2303 बच्चे तकरीबन स्किल ट्रेनिंग के अंडर PSDM के अंडर अज उन्होंने ट्रेनिंग दी है, नशे छुड़ाए
ਔਰ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਤਾਂ ਕਿ ਜਾ ਕੇ ਅੱਗੇ ਆਪਣਾ ਕੰਮ ਕਰ ਸਕਣ। 10 ਇਹੋ ਜਿਹੇ ਬੱਚੇ ਚੁਣੇ ਗਏ ਸੀ ਜੋ ਗਰੀਬੀ 'ਚੋਂ ਉੱਠੇ ਨੇ ਔਰ ਉਹਨਾਂ ਦੇ ਕੋਲ ਨੌਕਰੀਆਂ ਨਹੀਂ ਸੀ, ਅਤੇ ਤਕਰੀਬਨ 1,11,529 ਕੈਂਡੀਡੇਟ ਸੈਲਫ ਰਿਲਾਇੰਟ, ਉਹਨਾਂ ਮਤਲਬ ਟ੍ਰੇਨਿੰਗ ਕਰਕੇ ਉਹ ਹੁਣ ਤਿਆਰ ਹੋ ਗਏ ਨੇ, ਆਪਣੇ ਕੰਮ ਕਰ ਰਹੇ ਨੇ। ਔਰ 13 ਇਹਨਾਂ ਵਿੱਚੋਂ 13,720 ਅਸੀਂ ਸਪੋਂਸਰ ਕੀਤੇ ਨੇ ਸਕਿੱਲ ਟ੍ਰੇਨਿੰਗ ਵਾਸਤੇ। ਤਾਂ ਬਹੁਤ ਕੁਛ ਇਸ ਵੇਲੇ ਕੰਮ ਹੋ ਰਿਹਾ। ਲੋਕ ਜਿਨ੍ਹਾਂ ਦੇ ਅੰਗਹੀਣ ਨੇ, ਕੋਈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਉਹਨਾਂ ਨੂੰ ਵੀ ਦਿੱਤਾ ਜਾ ਰਿਹਾ। ਔਰ ਇਸ ਵੇਲੇ 430 ਉਹਨਾਂ ਦੇ ਵਿੱਚੋਂ 90 PWD ਦੇ ਵਿੱਚ, 430 ਵਿੱਚੋਂ 90 PWD ਦੇ ਵਿੱਚ ਕੈਂਡੀਡੇਟ ਬਣੇ ਹੋਏ ਨੇ। ਅਫਸੋਸ ਮੈਨੂੰ ਸਿਰਫ ਇਸ ਗੱਲ ਦਾ ਹੈ ਕਿ ਅਸੀਂ ਜਿਹੜੀ ਲਗਾਤਾਰ ਕੰਮ ਸ਼ੁਰੂ ਕੀਤਾ ਸੀ ਉਹ ਥੋੜ੍ਹੀ ਰੁਕਾਵਟ ਆ ਗਈ ਪਿਛਲੀ ਮਾਰਚ ਤੋਂ ਲੈ ਕੇ, ਜਦ ਤੋਂ ਇਹ ਕੋਵਿਡ ਆਇਆ। ਔਰ ਕੋਵਿਡ ਮਾਰਚ ਤੋਂ ਆਇਆ ਔਰ ਹੁਣ ਦੇਖੋ ਆਪਾਂ ਸਤੰਬਰ, ਦੂਜੇ ਸਾਲ ਦੇ ਸਤੰਬਰ ਪਹੁੰਚ ਗਏ, ਤਾਂ ਤਕਰੀਬਨ 18 ਮਹੀਨੇ ਕੋਈ ਕੰਮ ਨਹੀਂ ਹੋ ਸਕਿਆ। ਹੁਣ ਅਸੀਂ ਸ਼ੁਰੂ ਫਿਰ ਕੀਤਾ। ਵਾਹਿਗੁਰੂ ਕਰੇ ਕੋਵਿਡ ਫਿਰ ਸਾਡਾ ਜਿਹੜਾ ਕਹਿੰਦੇ ਨੇ ਕਿ ਤੀਸਰੀ ਵਾਰ ਆਊਗਾ, ਪੰਜਾਬ ਨਾ ਆਏ ਔਰ ਇਹ ਕੰਮ ਚੱਲਦਾ ਰਹੇ, ਤਾਂ ਕਿ ਜਿੰਨੇ ਬੱਚਿਆਂ ਨੂੰ ਅਸੀਂ ਨੌਕਰੀ ਦੀ ਵਾਸਤੇ ਟ੍ਰੇਨਿੰਗ ਦੇ ਕੇ ਦੇ ਸਕਦੇ ਹਾਂ ਉਹਨੂੰ ਅਸੀਂ ਦੇਈਏ। ਇਹਦੇ ਕੋਵਿਡ ਦੇ ਦੌਰਾਨ ਵੀ ਅਸੀਂ 6 ਸਟੇਟ ਲੈਵਲ ਮੈਗਾ ਰੋਜ਼ਗਾਰ ਮੇਲੇ ਅਤੇ ਮੈਗਾ ਸੈਲਫ ਇੰਪਲੋਇਮੈਂਟ ਮੇਲੇ ਵਿਜ਼ੂਅਲ ਦੇ ਰਾਹੀਂ ਅਸੀਂ ਕੀਤਾ ਸੀ। ਹੁਣ ਵਿਜ਼ੂਅਲ ਕਰਨਾ ਜਾਂ ਆਪ ਉੱਥੇ ਮਿਲਣਾ ਉਹ ਵੱਖਰੀ ਗੱਲ ਹੈ, ਲੇਕਿਨ ਵਿਜ਼ੂਅਲ ਦੇ ਰਾਹੀਂ ਜਿੰਨਾ ਕਰ ਸਕੇ ਅਸੀਂ ਉਦੋਂ ਵੀ ਅਸੀਂ ਜਾਰੀ ਰੱਖਿਆ ਸੀ ਉਹ ਵਰਚੁਅਲ, ਜੈਸੇ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ ਇਸ ਤਰੀਕੇ ਨਾਲ। ਔਰ ਤਕਰੀਬਨ ਇਸ ਕੋਵਿਡ ਦੇ ਦੌਰਾਨ ਵੀ 2,09,124 ਬੱਚਿਆਂ ਨੂੰ ਕੈਂਡੀਡੇਟ ਸੇ, ਉਹਦੇ ਵਿੱਚੋਂ 91,360 ਇੰਪਲੋਇਮੈਂਟ ਐਂਡ 1,17,764 ਆਪਣੇ ਸੈਲਫ ਇੰਪਲੋਇਮੈਂਟ ਦੇ ਵਿੱਚ ਅਸੀਂ ਉਹਨਾਂ ਨੂੰ ਕੀਤਾ ਹੋਇਆ। ਅੱਜ ਅਸੀਂ ਕਰ ਰਹੇ ਹਾਂ ਇੱਕ ਸੀਪਾਈਟ ਦਾ ਅਸਲ ਉਤਾਰ ਦੇ ਵਿੱਚ ਤਰਨਤਾਰਨ ਦੇ ਵਿੱਚ। ਇਹ ਹਿੰਮਤ ਸੀ ਸੁਖਪਾਲ ਜੀ ਦੀ, ਸੁਖਪਾਲ ਭੁੱਲਰ ਜੀ ਦੀ, ਜਿਹੜੇ ਚਾਹੁੰਦੇ ਸੀ ਕਿ ਗੱਲ ਹੋਵੇ, ਔਰ ਮੈਨੂੰ ਖੁਸ਼ੀ ਹੈ ਕਿ ਅਸੀਂ ਉਹਨਾਂ ਦੀ ਖਾਹਿਸ਼ ਪੂਰੀ ਕਰ ਸਕਦੇ ਹਾਂ। ਆਖਿਰਕਾਰ ਜਦੋਂ ਵੀ ਜੰਗ ਹੁੰਦੇ ਨੇ ਆ ਆਪਣਾ ਬਾਰਡਰ ਏਰੀਆ ਵਿੱਚ ਪੈਂਦਾ ਹੈ ਉਹਦੇ 'ਚ। ਔਰ ਮੈਨੂੰ ਯਾਦ ਹੈ ਹੁਣ ਕਿੰਨੇ ਸਾਲ ਹੋ ਗਏ ਨੇ, 56 ਸਾਲ ਹੋ ਗਏ ਨੇ, ਜਿਸ ਦਿਨ ਅਸਲ ਉਤਾਰ ਦੀ ਲੜਾਈ ਹੋਈ ਹੈ ਮੈਂ ਉੱਥੇ ਹੀ ਸੀ। ਸਾਡੇ ਆਰਮੀ ਕਮਾਂਡਰ ਸਾਹਿਬ ਸੇ ਜਨਰਲ ਹਰਬਖਸ਼ ਸਿੰਘ ਸਾਹਿਬ, ਔਰ ਉਹਨਾਂ ਦੇ ਨਾਲ ਮੈਂ ਉਹਨਾਂ ਦਾ ADC ਸੀ। ਔਰ ਜਿਸ ਦਿਨ ਉਹ ਜੰਗ ਹੋ ਰਿਹਾ ਸੀ, 3rd ਕੈਵਲਰੀ ਦੇ ਕਰਨਲ ਸਲੀਪ ਕੈਲਮ ਦੇ ਟੈਂਕ ਬਿਲਕੁਲ ਚੀਮਾ ਪਿੰਡ ਸੀ ਉੱਥੇ। ਚੀਮਾ ਜਿਹੜਾ ਕਸੂਰ ਤੋਂ ਸੜਕ ਆਉਂਦੀ ਸੀ ਉਹਦੇ ਉੱਪਰ ਲੱਗਿਆ ਹੋਇਆ ਸੀ, ਅਤੇ ਜਨਰਲ ਸਾਹਿਬ ਔਰ ਕਰਨਲ ਸਾਹਿਬ ਉੱਪਰ ਸੇ ਦੇਖ ਰਹੇ ਸੀ, ਮੈਂ ਉਹਨਾਂ ਦੇ ਨਾਲ ਸੀ। ਉਸ ਤੋਂ ਬਾਅਦ ਅਸੀਂ ਫੋਰਟ ਡੇਵ ਹੈਡਕੁਆਟਰ 'ਚ ਆਏ ਔਰ ਉੱਥੇ ਆਰਮੀ ਕਮਾਂਡਰ ਨੂੰ ਜਨਰਲ ਗੁਰਬਖਸ਼ ਸਿੰਘ ਜੋ GOC ਸੇ ਫੋਰਟ ਡੇਵ ਦੇ, ਉਹਨਾਂ ਨੇ ਇੱਕ ਕਿਹਾ ਸਰ ਇਹ ਮੈਪ ਕੇਸ ਮਿਲਿਆ, ਔਰ ਉਹ ਮੈਪ ਕੇਸ ਖੂਨ ਦਾ ਭਰਿਆ ਹੋਇਆ ਸੀਗਾ, ਅਤੇ ਉਹਨੂੰ ਖੋਲ੍ਹਿਆ ਅਤੇ ਉਹਦੇ ਵਿੱਚ ਕਾਗਜ਼ ਬਹੁਤ ਸੇ, ਔਰ ਉਹ ਕਾਗਜ਼ 'ਚ ਲਿਖਿਆ, ਨਕਸ਼ੇ 'ਚ ਬਣਿਆ ਹੋਇਆ ਸੀ ਕਿ ਪਾਕਿਸਤਾਨ ਦਾ ਜਿਹੜਾ 2nd ਆਰਮਡ ਡਿਵੀਜ਼ਨ ਸੀ, ਸਾਨੂੰ ਪਤਾ ਨਹੀਂ ਸੀ ਕਿ ਉੱਥੇ ਸੀ। ਸਾਨੂੰ ਇੱਕ ਸੀ ਜੋ ਸਿਆਲਕੋਟ ਏਰੀਆ ਵਿੱਚ ਸੀਗਾ, ਔਰ ਸਾਨੂੰ ਸਮਝਦੇ ਸੀ ਕਿ ਇੱਧਰ ਥੋੜ੍ਹੇ ਬਹੁਤੇ ਆਰਮਡ ਯੂਨਿਟਸ ਹੋਣਗੇ ਲੇਕਿਨ ਡਿਵੀਜ਼ਨ ਨਹੀਂ। ਇੱਥੇ 1st ਆਰਮਡ ਡਿਵੀਜ਼ਨ ਨਿਕਲਿਆ ਜੀ। ਉਹ ਚਾਂਗਾ ਮਾਂਗਾ ਫੋਰੈਸਟ ਹੈ, ਜੰਗਲ ਹੈ ਉੱਥੇ ਪਾਕਿਸਤਾਨ ਏਰੀਆ, ਜਿੱਥੇ ਇਹਨੂੰ ਰੱਖਿਆ ਗਿਆ ਸੀ, ਇਹਨੂੰ ਬਿਲਡਅਪ ਕੀਤਾ ਸੀ। ਔਰ ਉਹਨਾਂ ਨੇ ਜਦੋਂ ਦਾਖਲਾ ਕੀਤਾ ਅਤੇ ਸਾਡੀਆਂ ਪਲਟਨਾਂ ਉਦੋਂ ਅਸਲ ਉਤਾਰ ਦੇ ਵਿੱਚ ਪਿੱਛੇ ਹਟ ਕੇ ਅਸਲ ਉਤਾਰ ਦੇ ਵਿੱਚ ਉੱਥੇ ਆਪਣਾ ਮੋਰਚਾ ਲਾਇਆ ਹੋਇਆ ਸੀ। ਔਰ ਸਭ ਤੋਂ ਸਾਹਮਣੇ ਵਾਲੀ ਪਲਟਨ ਪਹਿਲੇ ਅਗਲੀ ਬ੍ਰਿਗੇਡ 62 ਬ੍ਰਿਗੇਡ ਦੀ, ਉੱਥੇ ਸੀ 4th ਗ੍ਰੈਨੇਡੀਅਰਸ। ਇਹ ਇੱਕ ਵਧੀਆ ਪਲਟਨ ਸੀ ਔਰ ਹੈ। ਇਹਨਾਂ ਨੇ 1962 ਦੀ ਲੜਾਈ 'ਚ ਨੀਫਾ ਦੇ ਵਿੱਚ ਆਪਣਾ ਨਾਮ ਪ੍ਰਾਪਤ ਕੀਤਾ। ਇੱਕ ਇਹਨਾਂ ਦੀ ਕੰਪਨੀ ਚਾਈਨਾ ਸਾਈਡ 'ਤੇ ਉਹ ਨਦੀ ਉੱਥੇ ਨਾਮਕਾ ਚੂ ਆਉਂਦੀ ਸੀ, ਨਿਆਮਗੁੰਗ ਚੂ ਆਉਂਦਾ ਸੀ, ਉਹਦੇ ਪਰਲੇ ਪਾਸੇ ਪੁਲ ਟੱਪ ਕੇ ਉਸਨੇ ਚੀਨੀਆਂ ਦਾ ਪਹਿਲੇ ਨਾਲ ਉੱਥੇ ਮੁਕਾਬਲਾ ਕੀਤਾ। ਉਹ ਇੱਕ 2nd ਲੈਫਟੀਨੈਂਟ ਸੀ ਰਾਓ, ਉਹਨੂੰ ਮਹਾਵੀਰ ਚੱਕਰਾ ਮਿਲਿਆ ਉੱਥੇ। ਔਰ ਫਿਰ ਉਹ ਪਲਟਨ ਇੱਥੇ ਹੁਣ 62 ਬ੍ਰਿਗੇਡ ਨਾਲ ਦੁਬਾਰਾ ਇੱਥੇ ਆਈ ਸੀ। ਔਰ ਉੱਥੇ ਪਾਕਿਸਤਾਨ ਜਨਰਲ ਨੇ
ਜੋ ਉਹਨਾਂ ਦੇ ਫਸਟ ਆਰਮਰ ਜਨਰਲ ਸੀ, ਉਹਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਹੋ ਰਿਹਾ, ਤੇ ਉਹਨੇ ਆਪਣੇ ਸੀਆਰਟੀ ਦਾ ਮਤਲਬ ਜਿਹੜਾ ਉੱਥੇ ਬ੍ਰਿਗੇਡੀਅਰ ਸੀ, ਜਿਹੜਾ ਤੋਪਖਾਨੇ ਦਾ ਸਾਰਾ ਪ੍ਰਬੰਧ ਰੱਖਦਾ ਸੀ, ਉਹਨਾਂ ਨੂੰ ਕਿਹਾ ਕਿ ਤੂੰ ਮੇਰੀ ਗੱਡੀ ਲੈ ਜਾ ਔਰ ਜਾ ਦੇਖ ਕੇ ਆ ਕੇ ਹਿੰਦੁਸਤਾਨੀ ਕਿੱਥੇ ਪਹੁੰਚੇ ਹੋਏ ਨੇ। ਤੇ ਉਹਨੇ ਜਨਰਲ ਦੀ ਗੱਡੀ ਲੈ ਕੇ ਆ ਕੇ ਜਿੱਥੇ ਹੁਣ ਅਬਦੁਲ ਹਮੀਦ ਦੀ ਯਾਦਗਾਰ ਹੈ, ਉਹਦੇ ਇੱਧਰਲੇ ਪਾਸੇ, ਉਹ ਸੜਕ ਦੇ ਪਾਰ ਹੈ, ਉਹ ਇੱਧਰਲੇ ਪਾਸੇ ਉਦੋਂ ਜੰਗਲਾਤ 'ਚ ਇੱਕ ਹੁੰਦਾ ਸੀ, ਬੀੜ ਜਿਹਾ ਹੁੰਦਾ ਸੀ ਉੱਥੇ। ਔਰ ਉੱਥੇ ਜਦੋਂ ਅੰਦਰ ਨੂੰ ਗਿਆ, ਸਾਹਮਣੇ 4th ਗ੍ਰੈਨੇਡੀਅਰ ਦੀ ਫਾਰਵਰਡ ਕੰਪਨੀ ਮੁਸਲਿਮ ਕੰਪਨੀ ਸੀ, ਉੱਥੇ ਇੱਕ ਮੁਸਲਿਮ ਕੰਪਨੀ ਉਹਨਾਂ ਦੇ ਉਸ ਪਲਟਨ ਦੇ ਵਿੱਚ, ਉਹਦੇ ਮੋਰਚੇ ਦੇ ਸਾਹਮਣੇ ਆ ਕੇ ਜਦ ਦੇਖਿਆ ਜਵਾਨ ਖੜੇ ਨੇ, ਉਹਨੇ ਰੋਕੀ, ਖੜਾ ਹੋਇਆ, ਪਿਸਤੌਲ ਕੱਢੀ, ਕਹਿੰਦੇ ਹੱਥ ਉੱਪਰ ਕਰੋ। ਜਵਾਨਾਂ ਨੇ ਕਦੇ ਗੋਲੀ ਨਹੀਂ ਚਲਾਈ ਸੀ ਆਪਣੇ, ਕਦੇ ਜਨਰਲ ਨੂੰ, ਤੇ ਉਹਨੂੰ ਪਰ ਉਹ ਸਾਹਮਣੇ ਇੱਕ ਦੂਜੇ ਨੂੰ ਦੇਖਣ ਲੱਗੇ ਕਿ ਕੀ ਕਰੀਏ। ਤੇ ਉਦੋਂ ਸਾਡੇ ਇਹਨਾਂ ਦਾ ਕੰਪਨੀ ਕਮਾਂਡਰ ਜੋ ਮੇਰਾ ਜਮਾਤੀ ਸੀ, ਉਹਦਾ ਲੈਫਟੀਨੈਂਟ ਜਾਨੂ, ਉਹ ਪਿਛਲੇ ਪਾਸੇ ਸੀ, ਉਹਨੇ ਹਾਕ ਮਾਰੀ ਕਿ ਗੋਲੀ ਚਲਾਓ, ਔਰ ਫਿਰ ਗੋਲੀ ਚੱਲੀ। ਉਹ ਬ੍ਰਿਗੇਡੀਅਰ ਸ਼ਮੀਮ ਸੀ ਉਹਦਾ ਨਾਮ, ਬ੍ਰਿਗੇਡੀਅਰ ਸ਼ਮੀਮ ਮਰ ਗਿਆ। ਔਰ ਉਹਦਾ ਜਿਹੜਾ ਇਹ ਮੈਪ ਕੇਸ ਸੀ, ਉਹ ਸਾਡੇ ਕੋਲ 4 ਗ੍ਰੈਨੇਡੀਅਰਸ ਨੇ ਵਾਪਸ ਭੇਜਤਾ। ਉਹਦੇ ਕੁਛ ਹੋਰ ਕਾਗਜ਼ ਸੀ, ਕੁਛ ਚਿੱਠੀਆਂ ਸੀ, ਕੁਛ ਚੀਜ਼ ਸੀ। ਲੇਕਿਨ ਜਿਹੜੀ ਗੱਲ ਉੱਥੋਂ ਪਤਾ ਲੱਗੀ ਕਿ ਪਾਕਿਸਤਾਨ ਦੇ ਕੋਲ ਇੱਕ ਸੈਕੰਡ ਆਰਮਰ ਡਿਵੀਜ਼ਨ ਹੈਗਾ, ਨੰਬਰ 1 ਫਸਟ ਆਰਮਰ ਡਿਵੀਜ਼ਨ। ਨਾਲੇ ਉਹਨਾਂ ਦਾ ਆਬਜੈਕਟਿਵ ਕੀ ਸੀ, ਸਾਡੀ ਜਿਹੜੀ ਡਿਫੈਂਸ ਸੀ ਉਹਦੇ ਆਲੇ ਦੁਆਲੇ ਪਿੱਛੋਂ ਦੀ ਜਾ ਕੇ GT ਰੋਡ ਬਿਆਸ ਪੁਲ 'ਤੇ ਕੱਟਣੀ ਸੀ, ਤਾਂ ਕਿ ਹਿੰਦੁਸਤਾਨ ਦੀ ਫੌਜ ਨੂੰ ਇੱਧਰ ਇੱਕ ਪਾਸੇ ਨਦੀ ਔਰ ਇੱਕ ਪਾਸੇ ਬਿਆਸ ਔਰ ਇੱਕ ਪਾਸੇ ਇਹਨਾਂ ਦੀ ਫੋਰਸ ਪਿੱਛੇ, ਔਰ ਫਿਰ ਇਸ ਕਿਸਮ ਦਾ ਘੇਰਾ ਪਾਉਣਾ ਚਾਹੁੰਦੇ ਸੀ ਸਾਡੇ ਨਾਲ। ਉਹ ਇਸਨੇ 4 ਗ੍ਰੈਨੇਡੀਅਰਸ ਨੇ ਕੀਤੀ। ਔਰ ਉਹੀ ਮੌਕੇ 'ਤੇ ਇਹ ਅਬਦੁਲ ਹਮੀਦ, ਉਦੋਂ ਕੰਪਨੀ ਕੁਆਟਰਮਾਸਟਰ ਹੌਲਦਾਰ ਸੀ, ਲੇਕਿਨ ਆਇਆ ਸੀਗਾ RCL ਪਲਟੂਨ ਸੀ, ਜੋ ਐਂਟੀ ਟੈਂਕ ਪਲਟੂਨ ਹੁੰਦੀ ਹੈ, ਉਹਨਾਂ ਦਾ ਇੱਕ ਡਿਟੈਚਮੈਂਟ ਕਮਾਂਡਰ ਸੀ। ਔਰ ਉਹਨੂੰ ਪ੍ਰਮੋਸ਼ਨ ਹੋ ਗਈ ਸੀ, ਲੇਕਿਨ ਕਰਨਲ ਸਾਹਿਬ ਨੇ ਸੋਚਿਆ ਕਿ ਹੁਣ ਇਹ ਜਿਹੜੀ ਲੜਾਈ ਆ ਰਹੀ ਹੈ, ਸਾਨੂੰ ਸਭ ਤੋਂ ਵਧੀਆ ਬੰਦੇ ਚਾਹੀਦੇ ਸੀ, ਔਰ ਇਹ ਨੰਬਰ 1 ਦਾ ਡਿਟੈਚਮੈਂਟ ਕਮਾਂਡਰ ਸੀ। ਤਾਂ ਉਹਨੂੰ ਵਾਪਸ ਭੇਜਤਾ ਕਿ ਤੂੰ RCL ਡਿਟੈਚਮੈਂਟ ਕਮਾਂਡਰ ਇਸ ਲੜਾਈ ਦੇ ਦੌਰਾਨ ਰਹੇਗਾ। ਪਾਕਿਸਤਾਨੀ ਟੈਂਕ ਜਦੋਂ ਸੜਕ 'ਤੇ ਆ ਰਹੇ ਸੀ, 1 2 3 ਇਹਨੇ ਮਾਰੇ, ਔਰ ਫਿਰ ਚੌਥੀ ਵਾਰ ਇਹਨੇ ਗੋਲੀ ਆਪਣਾ ਰਾਕਟ ਚਲਾਇਆ, ਉਹਦੇ 'ਤੇ ਵੱਜਿਆ, ਟੈਂਕ ਵੀ ਉੱਡ ਗਿਆ, ਔਰ ਉਦੋਂ ਹੀ ਟੈਂਕ ਨੇ ਫਾਇਰ ਕੀਤਾ ਸੀ, ਅਤੇ ਇਹਦੇ ਜੀਪ 'ਤੇ ਵੀ ਵੱਜੀ। ਤਾਂ ਦੋਨੋਂ ਹੀ ਉਸ 'ਚ ਖਤਮ ਹੋ ਗਏ। ਔਰ ਉੱਥੇ ਇਹ ਬਹਾਦਰ ਇਨਸਾਨ ਨੇ, ਬਹਾਦਰ ਫੌਜੀ ਨੇ, ਬਹਾਦਰ ਗ੍ਰੈਨੇਡੀਅਰ ਨੇ, ਇਹਨਾਂ ਨੂੰ ਗ੍ਰੈਨੇਡੀਅਰ, ਆਪਣੇ ਆਪ ਨੂੰ ਗ੍ਰੈਨੇਡੀਅਰ ਕਹਿੰਦੇ ਨੇ, ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਆਪਣੀ ਪਲਟਨ ਦੀ ਔਰ ਆਪਣੇ ਮੁਲਕ ਦੇ ਲਈ। ਔਰ ਅੱਜ ਅਗਰ ਇਹ ਸੀ ਪਾਰਟ ਦਾ ਆਪਾਂ ਸੈਂਟਰ ਖੋਲ੍ਹ ਰਹੇ ਹਾਂ, ਕਿ ਉਸ ਦੀ ਯਾਦਗਾਰ ਵਿੱਚ ਔਰ ਉਹਨਾਂ ਦੇ ਨਾਮ 'ਤੇ ਆਪਾਂ ਖੋਲ੍ਹ ਰਹੇ ਹਾਂ, ਅਤੇ ਮੈਂ ਆਸ ਕਰਦਾ ਕਿ ਨੌਜਵਾਨ ਜਿਹੜੇ ਉਹਦੇ ਵਿੱਚ ਜਾਣਗੇ, ਯਾਦ ਰੱਖਣਗੇ ਕਿ ਕਿਸ ਕਿਸਮ ਦੀ ਬਹਾਦਰੀ ਦੀ ਲੋੜ ਪਊ ਸਾਨੂੰ, ਜਦੋਂ ਵੀ ਮੁਲਕ ਨੂੰ ਔਰ ਤੁਹਾਡੀ ਰੈਜੀਮੈਂਟਾਂ ਨੂੰ ਤੁਹਾਡੀ ਲੋੜ ਪਊ, ਚਾਹੇ ਤੁਸੀਂ ਫੌਜ ਦੇ ਵਿੱਚੋਂ, ਨੇਵੀ ਵਿੱਚੋਂ, ਏਅਰਫੋਰਸ ਵਿੱਚ ਜਾਂਦੇ ਹੋ ਜਾਂ ਪੈਰਾਮਿਲਟਰੀ ਦੇ ਵਿੱਚ ਜਾਂਦੇ ਹੋ, ਹਰ ਵੇਲੇ ਦੇਸ਼ ਦੇ ਲਈ ਕੁਰਬਾਨੀ ਦੇਣੀ ਇੱਕ ਬਹੁਤ ਵੱਡੀ ਗੱਲ ਹੈ। ਔਰ ਤੁਹਾਨੂੰ ਜਦ ਟ੍ਰੇਨਿੰਗ ਕਰਕੇ ਤੁਸੀਂ ਜਾਓਗੇ, ਆਪਣੀ ਪਲਟਨ ਦੀ ਇੱਜ਼ਤ ਔਰ ਆਪਣੀ ਦੇਸ਼ ਦੀ ਇੱਜ਼ਤ ਨੂੰ ਸਾਹਮਣੇ ਰੱਖ ਕੇ ਤੁਹਾਨੂੰ ਇਹ ਲੜਾਈ ਦੇ ਵਿੱਚ ਪੈਣਾ ਪਊ। ਤਾਂ ਅੱਜ ਮੈਨੂੰ ਖੁਸ਼ੀ ਹੈ ਕਿ ਸੁਖਪਾਲ ਜੀ ਦੇ ਹਿੰਮਤ ਨਾਲ ਔਰ ਸਾਡੇ ਮਿਨਿਸਟਰ ਸਾਹਿਬ ਚੰਨੀ ਜੀ ਦੇ ਹਿੰਮਤ ਨਾਲ, ਫੌਜੀਆਂ ਦੇ ਸਾਰਿਆਂ ਦੇ ਹਿੰਮਤ ਨਾਲ, ਔਰ ਅੱਜ ਜਨਰਲ ਸਾਂਗਾ ਸਾਹਿਬ ਇਹ ਗ੍ਰੈਨੇਡੀਅਰਸ ਦੇ ਕਰਨਲ ਨੇ, ਉਹਨਾਂ ਨੇ ਅੱਜ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਵੀ, ਇਹ ਵੱਡਾ ਦਿਨ ਹੈ, ਤੁਹਾਡੀ ਰੈਜੀਮੈਂਟ ਦਾ ਦਿਨ ਹੈ, ਔਰ ਮੈਂ ਆਸ ਕਰਦਾ ਕਿ ਤੁਸੀਂ ਵੀ ਜਾਓਗੇ। ਔਰ ਉਹਨਾਂ ਨੇ ਬੜੀ ਖੁਸ਼ੀ ਨਾਲ ਕਿਹਾ ਕਿ ਮੈਂ ਜਾਊਂਗਾ, ਅਤੇ ਮੈਂ ਆਸ ਇਹ ਵੀ ਕਰਦਾ ਕਿ ਤੁਸੀਂ ਉਹਨਾਂ ਦੀ ਸਪੀਚ ਸੁਣੋਗੇ। ਉਹਨਾਂ ਦੀ ਰੈਜੀਮੈਂਟ ਹੈ, 4 ਗ੍ਰੈਨੇਡੀਅਰਸ ਦੇ ਕਰਨਲ ਨੇ, ਔਰ ਇਹ ਤੁਹਾਨੂੰ ਦੱਸਣਗੇ ਜਿਹੜੀਆਂ ਬਹਾਦਰੀਆਂ ਪਲਟਨ ਦੀਆਂ ਹੈ। ਤਾਂ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਤੁਹਾਡੇ ਨਾਲ ਸ਼ਾਮਿਲ ਹੋ ਸਕਿਆ, ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਤਰਨ ਤਾਰਨ ਦੀ, ਅਸਲ ਉੱਤਰ ਦੀ ਔਰ ਉਸ ਸਾਰੇ ਏਰੀਆ ਦੀ ਡਿਵੈਲਪਮੈਂਟ ਬੜੀ ਚੰਗੀ ਤਰ੍ਹਾਂ ਹੋਵੇ, ਔਰ ਸਾਡੇ ਬੱਚੇ ਆਪਣੇ ਆਪਣੇ ਪਿੰਡਾਂ ਦੇ ਜਾਣ ਔਰ ਆਪਣੇ ਦੇਸ਼ ਦੀ ਔਰ ਆਪਣੇ ਪੰਜਾਬ ਦੀ ਸੇਵਾ ਕਰ ਸਕਣ, ਫੌਜ ਦੇ ਵਿੱਚ ਜਾਂ ਮਿਲਟਰੀ ਦੇ ਵਿੱਚ ਕਿਤੇ ਵੀ ਲੱਗ ਕੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ।
Thank you, sir. Thank you for the kind words of encouragement to the department. I would now take this opportunity to request the Honorable Minister to give the vote of thanks for today's event. Thank you. माननीय मुख्यमंत्री साहब, आ जाऊं हेलो हेलो हाँ जी महाराज साहब सर सुखपाल सिंह भुल्लर जी कुछ बोलना चाਹੁੰਦੇ ਸੀ। आवाज आ रही महाराज साहब? ਚੰਨੀ ਸਾਹਿਬ ਜੇ ਇਜਾਜ਼ਤ ਹੋਵੇ ਤੇ 1 ਮਿੰਟ ਮੈਂ ਆਪਣੇ ਵੱਲੋਂ ਔਰ ਆਪਣੇ ਹਲਕੇ ਵੱਲੋਂ ਔਰ ਸਾਰੇ ਸਾਡੇ ਜ਼ਿਲ੍ਹੇ ਦੇ ਐਮਐਲਏ ਸਬਾਨ ਔਰ ਸਿੱਧੂ ਸਾਹਿਬ ਵੱਲੋਂ ਇੱਕ ਵਾਰੀ ਧੰਨਵਾਦ ਕਰ ਲਈਏ ਜੀ। ਥੈਂਕ ਯੂ ਸੁਖਪਾਲ ਜੀ, ਪਲੀਜ਼ ਕਰੋ। ਅਸੀਂ ਸਾਰੇ ਹੀ ਮਹਾਰਾਜ ਸਾਹਿਬ ਅੱਜ ਇੱਥੇ ਇਕੱਠੇ ਆ। ਸਾਡੇ ਗਿੱਲ ਸਾਹਿਬ, ਅਗਨੀਹੋਤਰੀ ਸਾਹਿਬ, ਚੀਮਾ ਸਾਹਿਬ, ਗੁਰਕੀਰਤ ਜੀ, ਪਿਤਾ ਜੀ ਵੱਡੇ ਭੁੱਲਰ ਸਾਹਿਬ ਔਰ ਸਿੱਧੂ ਸਾਹਿਬ ਨੂੰ ਤੁਸੀਂ ਉਚੇਚੇ ਤੌਰ ਤੇ ਭੇਜਿਆ ਇੱਥੇ ਆਪ ਦੇ ਵੱਲੋਂ। ਸੋ ਮੈਂ ਸਾਰੇ ਹਲਕੇ ਖੇਮ ਕਰਨ ਵੱਲੋਂ, ਨੌਜਵਾਨ ਵੱਲੋਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ। ਇਹਨਾਂ ਨੇ ਤੁਸੀਂ ਇਹ ਸਾਨੂੰ ਪ੍ਰੋਜੈਕਟ ਜਿਹੜਾ ਵਾ ਦਿੱਤਾ ਵਾ। ਮੈਨੂੰ ਪਤਾ ਆਪਾਂ ਇਹ ਛੇਤੀ ਕਰਨਾ ਸੀਗਾ ਪਰ ਕੋਵਿਡ ਕਰਕੇ ਥੋੜਾ ਟਾਈਮ ਜ਼ਿਆਦਾ ਲੱਗ ਗਿਆ, ਪਰ ਚਲੋ ਦੇਰ ਆਏ ਦਰੁਸਤ ਆਏ। ਮੈਂ ਫਿਰ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ ਵੀ ਆਉਣ ਵਾਲੇ ਲੰਮੇ ਸਮੇਂ ਤੱਕ ਸਾਡੇ ਇਲਾਕੇ ਦੇ ਨੌਜਵਾਨ ਜਿਹੜੇ ਆ, ਪਿਛੜਾ ਵਰਗ ਸਾਡਾ ਜਿਹੜਾ, ਉੱਥੇ ਟ੍ਰੇਨਿੰਗ ਲੈ ਕੇ ਵੱਖਰੇ ਵੱਖਰੇ ਅਹੁਦਿਆਂ ਦੇ ਉੱਤੇ ਆ ਕੇ ਆਪਣੇ ਇਲਾਕੇ ਦਾ, ਔਰ ਜਿਸ ਤਰੀਕੇ ਨਾਲ ਸ਼ਹੀਦ ਪਰਮਵੀਰ ਚੱਕਰ ਅਬਦੁਲ ਹਮੀਦ ਨੂੰ ਅਸੀਂ ਅੱਜ ਯਾਦ ਕਰ ਰਹੇ, ਸਾਡੀ ਆਉਣ ਵਾਲੀ ਜਨਰੇਸ਼ਨ ਤੁਹਾਡੇ ਇਸ ਕੀਤੇ ਕੰਮ ਨੂੰ ਹਮੇਸ਼ਾ ਲਈ ਸਦਾ ਲਈ ਯਾਦ ਰੱਖਣਾ। ਸੋ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਬੀਰ ਜੀ ਤੁਸੀਂ ਮੇਰੇ ਵੱਲੋਂ ਗਏ ਹੋ, ਥੋੜਾ ਜਿਹਾ ਤੁਸੀਂ ਪਲੀਜ਼ ਸਰ ਉੱਪਰ ਜਾ ਕੇ ਸਰ ਸਤਿ ਸ਼੍ਰੀ ਅਕਾਲ ਸਰ। ਸਰ ਸਾਰੇ ਐਮਐਲਏ ਸਾਹਿਬਾਨ ਤਰਨਤਾਰਨ ਦੇ ਆਏ ਹੋਏ ਨੇ ਸਰ। ਸਰ ਬਹੁਤ ਵੱਡਾ ਤੇ ਕਰਾਊਡ ਹੈ ਤੇ ਸਰ ਪਲੱਸ ਜਨ ਸਾਹਿਬ ਸਰ ਥੋੜਾ ਪਿੱਛੇ ਰਹਿ ਗਏ ਸੀਗੇ ਤੇ ਸਰ ਉਹ ਵੀ ਆ ਰਹੇ ਨੇ ਸਰ। ਇੱਥੇ ਇੱਕ ਬਹੁਤ ਹੀ ਅੱਛਾ ਮਾਹੌਲ ਸਰ। ਤੁਸੀਂ ਇਸ ਇਲਾਕੇ ਨੂੰ ਜੋ ਅੱਜ ਚਾਰ ਲਾਏ ਨੇ, ਇਹਦੇ ਲਈ ਸਾਰਾ ਇਲਾਕਾ ਤੁਹਾਡਾ ਬਹੁਤ ਧੰਨਵਾਦੀ ਆ ਸਰ। ਸਰ ਮੈਂ ਤੁਹਾਡੇ ਬਿਹਾਫ ਤੇ ਇੱਥੇ ਹਾਜ਼ਰੀ ਭਰਨ ਵਾਸਤੇ ਆਇਆ ਤੇ ਸਰ ਮੈਂ ਤੁਹਾਡੇ ਵੱਲੋਂ ਸਾਰਿਆਂ ਨੂੰ ਕਹਿੰਦਾ ਤੁਹਾਡੀ ਸਤਿ ਸ਼੍ਰੀ ਅਕਾਲ ਵੀ ਬੁਲਾਵਾਂਗਾ ਤੇ ਪਲੱਸ ਸਾਰਿਆਂ ਨੂੰ ਮਿਲ ਕੇ ਤੁਹਾਡਾ ਸੁਨੇਹਾ ਵੀ ਦੇਵਾਂਗਾ ਸਰ। ਦੂਸਰੀ ਗੱਲ ਇਹ ਹੈ ਕਿ ਸਰ ਕੁਛ ਇਹਨਾਂ ਦੇ ਜਿਹੜੇ ਹਸਪਤਾਲ ਵਗੈਰਾ ਦੀਆਂ ਸਮੱਸਿਆਵਾਂ ਸਾਰੀਆਂ ਮੈਂ ਨਾਲ ਲੈ ਕੇ ਆਊਂਗਾ ਤਾਂ ਕਿ ਇਹ ਸਾਰੀਆਂ ਸੋਲਵ ਕਰਦੀ ਸਾਰੇ ਇਸ ਇਲਾਕੇ ਨੂੰ ਹੋਰ ਲੋਕਾਂ ਨੂੰ ਆਪਣੀ ਜਿਹੜੀ ਵੀ ਸਹੂਲਤਾਂ ਮਿਲਣ ਸਰ। ਪਲੱਸ ਜਿਹੜਾ ਬਾਰਡਰ ਏਰੀਆ ਸਰ, ਇਹਨਾਂ ਨੇ ਹਮੇਸ਼ਾ ਹੀ ਦੇਸ਼ ਦੀ ਰੱਖਿਆ ਵਾਸਤੇ ਤੇ ਬਹੁਤ ਵੱਡਾ ਬਲੀਦਾਨ ਦਿੱਤਾ ਸਰ, ਚਾਹੇ ਮੁਗਲਾਂ ਤੋਂ ਲੈ ਕੇ ਸਰ, ਔਰ ਬੜੀ ਲੜਾਈ ਲੜਦੇ ਆ ਰਹੇ ਨੇ ਸਰ ਆਪਾਂ ਨੂੰ ਇਸ ਇਲਾਕੇ ਦਾ। ਤੇ ਸਰ ਜੋ ਮਾਣ ਸਤਿਕਾਰ ਕੀਤਾ ਹੈ ਉਹਨੂੰ ਹੋਰ ਵੀ ਜ਼ਿਆਦਾ ਦੇਣ ਦੀ ਜ਼ਰੂਰਤ ਹੈ ਸਰ। ਜੋ ਹੌਲਦਾਰ ਅਬਦੁਲ ਹਮੀਦ ਨੇ ਸਰ ਜੋ ਕੁਰਬਾਨੀ ਕੀਤੀ ਹੈ ਸਰ, ਅੱਜ ਮੈਨੂੰ ਉੱਥੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਸਰ। ਮੈਂ ਇਹਦੇ ਲਈ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ। ਥੈਂਕ ਯੂ ਸਰ। ਮੁੱਖ ਮੰਤਰੀ ਜੀ, ਥੈਂਕ ਯੂ ਬਲਬੀਰ ਜੀ। ਮਾਨਯੋਗ ਮੁੱਖ ਮੰਤਰੀ ਜੀ, ਮੈਂ ਆਖਿਰ ਦੇ ਵਿੱਚ ਇਸ ਪ੍ਰੋਗਰਾਮ ਦੇ ਲਈ ਜਿੱਥੇ ਆਪ ਜੀ ਦਾ ਧੰਨਵਾਦ ਕਰਨਾ ਚਾਹੁੰਦਾ, ਉੱਥੇ ਮੈਂ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਦਾ ਧੰਨਵਾਦ ਕਰਦਾ ਤੇ ਸਰਦਾਰ ਗੁਰਕੀਰਤ ਸਿੰਘ ਜੀ, ਐਮਐਲਏ ਸਾਹਿਬ, ਚੀਮਾ ਸਾਹਿਬ, ਅਗਨੀਹੋਤਰੀ ਸਾਹਿਬ ਤੇ ਆਪ ਜੀ ਦਾ ਇੱਕ ਵਾਰ ਫੇਰ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਬਹੁਤ ਹੀ ਵੱਡਾ ਕੰਮ ਤਰਨਤਾਰਨ ਜ਼ਿਲ੍ਹੇ ਵਾਸਤੇ ਆਪ ਜੀ ਨੇ ਕੀਤਾ ਹੈ। ਬਹੁਤ ਬਹੁਤ ਧੰਨਵਾਦ। ਜੈ ਹਿੰਦ। ਚੰਨੀ ਜੀ, ਅਗਰ ਮੈਂ ਇੱਕ ਵਾਰ ਫੇਰ ਉੱਥੇ ਗੱਲ ਕਰ ਸਕਦਾ, ਮੇਰੇ ਸਾਡੇ ਇੱਕ ਪੁਰਾਣੇ ਸਾਥੀ ਉੱਥੇ ਬੈਠੇ ਨੇ ਜਿਹੜੇ ਮੈਂ ਉਹਨਾਂ ਨੂੰ ਫਤਿਹ ਬੁਲਾਉਣਾ ਚਾਹੁੰਦਾ। ਕੈਨ ਵੀ ਪੁੱਟ ਇਟ ਔਨ ਸਕਰੀਨ? ਹਾਂਜੀ ਆ ਜਾਏਗਾ ਸਰ। ਸਰ ਉਹ ਉਦਘਾਟਨ ਕਰਨ ਵਾਸਤੇ ਉੱਠ ਖੜੇ ਆ ਜੀ ਐਮਐਲਏ ਸਾਹਿਬਾਨ। ਉੱਠ ਖੜੇ? ਮੈਂ ਤਾਂ ਸਿਰਫ ਗੁਰਚੇਤ ਸਿੰਘ ਭੁੱਲਰ ਨੂੰ ਫਤਿਹ ਬੁਲਾਉਣੀ ਸੀ, ਬੜਾ ਚਿਰ ਹੋ ਗਿਆ ਮਿਲੇ ਨਹੀਂ ਤੇ ਬਸ ਇਹੀ ਫਤਿਹ ਬੁਲਾਉਣੀ ਸੀ, ਹੋਰ ਕੋਈ ਖਾਸ ਗੱਲ ਨਹੀਂ ਸੀ। ਬਸ ਸਾਡੇ ਪੁਰਾਣੇ ਸਾਥੀ ਨੇ ਕਹਿ ਦੇਣਾ ਜੀ ਉੱਥੇ ਕਿਸੇ ਆਪ ਪਲੀਜ਼ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ। ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਤੇ ਸਾਡੇ ਡਿਪਾਰਟਮੈਂਟ ਨੂੰ ਇਸ ਤਰੀਕੇ ਨਾਲ ਆਪ ਨੇ ਅਗਵਾਈ ਦਿੱਤੀ ਹੈ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ, ਗੈਰ ਸਰਕਾਰੀ ਤੇ ਸਰਕਾਰੀ ਨੌਕਰੀਆਂ, ਔਰ ਉਹ ਵੀ ਬਹੁਤ ਹੀ ਪਾਰਸ ਉਹਦੇ ਵਿੱਚ ਜਿਹਦੇ 'ਚ ਕਿਸੇ ਤਰ੍ਹਾਂ ਦੀ ਕਿਸੇ ਨਾਲ ਕੋਈ ਹੇਰਾਫੇਰੀ ਨਹੀਂ ਹੋ ਰਹੀ, ਸਾਰਿਆਂ ਨੂੰ ਔਨ ਮੈਰਿਟ ਨੌਕਰੀਆਂ ਮਿਲ ਰਹੀਆਂ, ਸਰਕਾਰੀ ਵੀ। ਉਹਦੇ ਲਈ ਮੈਂ ਆਪ ਜੀ ਦਾ, ਚੀਫ ਸੈਕਟਰੀ ਜੀ ਦਾ ਤੇ ਸਾਰੇ ਹੀ ਅਫਸਰ ਸਾਹਿਬਾਨ ਦਾ ਬਹੁਤ ਧੰਨਵਾਦ ਕਰਨਾ। ਜੈ ਹਿੰਦ ਸਰ। ਥੈਂਕ ਯੂ ਜੀ, ਮਿਹਰਬਾਨੀ ਸਾਰੇ।